ਬੱਚਿਓ, ਇੱਕ ਛੜ ਚੁੰਬਕ ਅਤੇ ਇੱਕ ਛੋਟੀ ਦਿਸ਼ਾ ਸੂਚਕ ਲਓ। ਕਿਸੇ ਚਿਪਕਾਉਣ ਪਦਾਰਥ ਨਾਲ ਡਰਾਇੰਗ ਬੋਰਡ ਉੱਤੇ ਚਿਪਕਾਏ ਗਏ ਚਿੱਟੇ ਕਾਗਜ਼ ਦੇ ਕੇਂਦਰ ਵਿੱਚ ਇੱਕ ਚੁੰਬਕ ਰੱਖੋ। ਚੁੰਬਕ ਦੀ ਸੀਮਾ ਰੇਖਾ ਖਿੱਚੋ। ਦਿਸ਼ਾ ਸੂਚਕ ਨੂੰ ਚੁੰਬਕ ਦੇ ਉੱਤਰੀ ਧਰੁਵ ਦੇ ਨੇੜੇ ਰੱਖੋ। ਇਹ ਕਿਵੇਂ ਵਿਵਹਾਰ ਕਰਦੀ ਹੈ? ਦਿਸ਼ਾ ਸੂਚਕ ਦਾ ਦੱਖਣੀ ਧਰੁਵ ਚੁੰਬਕ ਦੇ ਉੱਤਰੀ ਧਰੁਵ ਵੱਲ ਸੰਕੇਤ ਕਰਦਾ ਹੈ। ਦਿਸ਼ਾ ਸੂਚਕ ਦਾ ਉੱਤਰੀ ਧਰੁਵ ਚੁੰਬਕ ਦੇ ਉੱਤਰੀ ਧਰੁਵ ਤੋਂ ਦੂਰ ਵੱਲ ਸੰਕੇਤ ਕਰਦਾ ਹੈ। ਦਿਸ਼ਾ ਸੂਚਕ ਦੇ ਦੋਵਾਂ ਸਿਰਿਆਂ ਦੀਆਂ ਸਥਿਤੀਆਂ ਤਿੱਖੀ ਪੈਨਸਲ ਨਾਲ ਕਾਗਜ਼ ਉੱਤੇ ਅੰਕਿਤ ਕਰੋ। ਹੁਣ ਦਿਸ਼ਾ ਨੂੰ ਇਸ ਪ੍ਰਕਾਰ ਰੱਖੋ ਕਿ ਇਸ ਦਾ ਦੱਖਣੀ ਧਰੁਵ ਉਸ ਸਥਿਤੀ ਤੇ ਆ ਜਾਵੇ ਜਿੱਥੇ ਪਹਿਲਾਂ ਉੱਤਰੀ ਧਰੁਵ ਦੀ ਸਥਿਤੀ ਅੰਕਿਤ ਕੀਤੀ ਗਈ ਸੀ। ਉੱਤਰੀ ਧਰੁਵ ਦੀ ਇਹ ਨਵੀਂ ਸਥਿਤੀ ਨੂੰ ਅੰਕਿਤ ਕਰੋ। ਇਸੇ ਤਰ੍ਹਾਂ ਚੁੰਬਕ ਦੇ ਦੱਖਣੀ ਧਰੁਵ ਉੱਤੇ ਪਹੁੰਚਣ ਤੱਕ ਇਸ ਕਿਰਿਆ ਨੂੰ ਦੁਹਰਾਉਂਦੇ ਜਾਓ। ਅੰਕਿਤ ਕੀਤੇ ਹੋਏ ਪੁਆਇੰਟਸ ਨੂੰ ਪੈਨਸਿਲ ਨਾਲ ਇੱਕ ਦੂਸਰੇ ਨਾਲ ਮਿਲਾਓ। ਇਹ ਵਕਰ ਚੁੰਬਰੀ ਖੇਤਰ ਰੇਖਾ ਨੂੰ ਦਰਸਾਉਂਦਾ ਹੈ। ਦਿਸ਼ਾ ਸੂਚਕ ਨੂੰ ਚੁੰਬਕ ਦੇ ਦੱਖਣੀ ਧਰੁਵ ਦੇ ਨੇੜੇ ਰੱਖ ਕੇ ਦੁਹਰਾਓ। ਇਸ ਪ੍ਰਕਿਰਿਆ ਨੂੰ ਦੁਹਰਾ ਕੇ ਜਿੰਨੀਆਂ ਸੰਭਵ ਹੋ ਸਕੇ ਖੇਤਰੀ ਰੇਖਾਵਾਂ ਖਿੱਚੋ। ਇਹ ਰੇਖਾਵਾਂ ਚੁੰਬਕ ਦੇ ਚਾਰੇ ਪਾਸੇ ਦੇ ਚੁੰਬਕੀ ਖੇਤਰ ਨੂੰ ਦਰਸਾਉਂਦੀਆਂ ਹਨ। ਇਹਨਾਂ ਨੂੰ ਚੁੰਬਕੀ ਖੇਤਰ ਰੇਖਾਵਾਂ ਕਹਿੰਦੇ ਹਨ। ਬੱਚਿਓ, ਹੁਣ ਤੱਕ ਅਸੀਂ ਜਾਣ ਚੁੱਕੇ ਹਾਂ ਕਿ ਚੁੰਬਕ ਅਲੱਗ-ਅਲੱਗ ਧਾਤਾਂ ਨੂੰ ਆਕਰਸ਼ਿਤ ਕਰਦਾ ਹੈ। ਅਸੀਂ ਪਿਛਲੀ ਕਿਰਿਆ ਵਿੱਚ ਇਹ ਵੀ ਦੇਖਿਆ ਕਿ ਜਦੋਂ ਚੁੰਬਕ ਨੂੰ ਦਿਸ਼ਾ ਸੂਚਕ ਦੇ ਨੇੜੇ ਲੈ ਕੇ ਜਾਂਦੇ ਹਾਂ ਤਾਂ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਹੁੰਦੀ ਹੈ। ਆਓ ਹੁਣ ਇਸ ਕਿਰਿਆ ਰਾਹੀਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਨਾਲ ਉਸ ਦੇ ਚਾਰੇ ਪਾਸੇ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰੀਏ। ਇਸ ਕਿਰਿਆ ਲਈ ਇੱਕ ਸਿੱਧੀ ਲੰਬੀ ਤਾਂਬੇ ਦੀ ਤਾਰ ਲਓ ਅਤੇ ਇਸ ਨੂੰ ਇੱਕ ਸੈੱਲ ਦੇ ਨਾਲ ਲੜੀ ਵਿੱਚ ਜੋੜੋ। ਜਿਵੇਂ ਅਸੀਂ ਦੋਨੋਂ ਤਾਰਾਂ ਜੋੜਦੇ ਹਾਂ ਤਾਂ ਸਰਕਟ ਪੂਰਾ ਹੋ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਦਿਸ਼ਾ ਸੂਚਕ ਆਪਣੀ ਸਥਿਤੀ ਤੋਂ ਉੱਤਰ ਦਿਸ਼ਾ ਵੱਲ ਵਿਖੇਪਿਤ ਹੋ ਜਾਂਦਾ ਹੈ। ਇਸ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਚਾਲਕ ਤਾਰ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਪਰ ਜੇਕਰ ਮੈਂ ਇਸ ਦੀ ਕੋਈ ਵੀ ਤਾਰ ਨੂੰ ਸੈੱਲ ਨਾਲੋਂ ਵੱਖ ਕਰ ਦਿੰਦੀ ਹਾਂ ਤਾਂ ਸਰਕਟ ਖੁੱਲਾ ਹੋ ਜਾਵੇਗਾ ਅਤੇ ਇਸ ਵਿੱਚੋਂ ਕੋਈ ਵੀ ਚੁੰਬਕੀ ਖੇਤਰ ਪੈਦਾ ਨਹੀਂ ਹੋਵੇਗਾ, ਜਿਸ ਲਈ ਦਿਸ਼ਾ ਸੂਚਕ ਦੀ ਸੂਈ ਵਾਪਸ ਆਪਣੀ ਪਹਿਲੀ ਸਥਿਤੀ ਤੇ ਆ ਜਾਵੇਗੀ। ਹੁਣ ਪੋਲੈਰਿਟੀ ਬਦਲਣ ਲਈ ਅਸੀਂ ਤਾਂਬੇ ਦੀ ਤਾਰ ਦੇ ਦੋਨਾਂ ਸਿਰਿਆਂ ਨੂੰ ਸੈੱਲ ਦੇ ਦੋਨਾਂ ਸਿਰਿਆਂ ਨਾਲ ਇੰਟਰਚੇਂਜ ਕਰਦੇ ਹਾਂ, ਭਾਵ ਬਦਲਦੇ ਹਾਂ। ਸਰਕਟ ਪੂਰਾ ਹੋਣ ਤੇ ਅਸੀਂ ਵੇਖਦੇ ਹਾਂ ਕਿ ਦਿਸ਼ਾ ਸੂਚਕ ਦੀ ਸੂਈ ਪੱਛਮ ਦਿਸ਼ਾ ਵੱਲ ਵਿਖੇਪਿਤ ਹੋ ਜਾਂਦੀ ਹੈ। ਇਸ ਦਾ ਮਤਲਬ ਬਿਜਲਈ ਧਾਰਾ ਦੀ ਦਿਸ਼ਾ ਬਦਲਣ ਤੇ ਚੁੰਬਕੀ ਖੇਤਰ ਦੀ ਦਿਸ਼ਾ ਵੀ ਬਦਲ ਜਾਂਦੀ ਹੈ ਜਾਂ ਵਿਪਰੀਤ ਹੋ ਜਾਂਦੀ ਹੈ। ਜੇਕਰ ਅਸੀਂ ਦਿਸ਼ਾ ਸੂਚਕ ਅਤੇ ਸੈੱਲ ਵਿਚਲੀ ਦੂਰੀ ਵਧਾਉਂਦੇ ਹਾਂ ਤਾਂ ਵਿਖੇਪਨ ਘੱਟ ਹੋ ਰਿਹਾ ਹੈ। ਇਸ ਦਾ ਮਤਲਬ ਹੈ ਕਿ ਚੁੰਬਕੀ ਖੇਤਰ ਦਾ ਪ੍ਰਭਾਵ ਦੂਰੀ ਤੇ ਨਿਰਭਰ ਕਰਦਾ ਹੈ। ਜੇਕਰ ਦੂਰੀ ਘੱਟ ਹੈ ਤਾਂ ਵਿਖੇਪਨ ਜ਼ਿਆਦਾ ਹੋਵੇਗਾ, ਜੇ ਦੂਰੀ ਵੱਧ ਹੈ ਤਾਂ ਵਿਖੇਪਨ ਘੱਟ ਹੈ। ਬੱਚਿਓ, ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਨਾਲ ਉਤਪੰਨ ਚੁੰਬਕੀ ਖੇਤਰ ਦਾ ਪੈਟਰਨ
ਕਿਵੇਂ ਨਿਰਧਾਰਿਤ ਹੁੰਦਾ ਹੈ? ਕੀ ਇਹ ਪੈਟਰਨ ਚਾਲਕ ਦੀ ਸ਼ਕਲ ਉੱਤੇ ਨਿਰਭਰ ਕਰਦਾ ਹੈ? ਇਸ ਦੀ ਜਾਂਚ ਅਸੀਂ ਇੱਕ ਪ੍ਰਯੋਗ ਦੁਆਰਾ ਕਰਾਂਗੇ। ਪਹਿਲਾਂ ਅਸੀਂ ਕਿਸੇ ਬਿਜਲੀ ਤਾਰਾਂ ਵਾਲੇ ਸਿੱਧੇ ਚਾਲਕ ਦੇ ਚਾਰੇ ਪਾਸਿਆਂ ਦੇ ਚੁੰਬਕੀ ਖੇਤਰ ਦੇ ਪੈਟਰਨ ਉੱਤੇ ਵਿਚਾਰ ਕਰਾਂਗੇ। ਕਿਰਿਆ ਕਰਨ ਲਈ ਅਸੀਂ ਇੱਕ ਪੱਧਰਾ ਆਇਤਾਕਾਰ ਕਾਰਡਬੋਰਡ ਦਾ ਟੁਕੜਾ ਲਵਾਂਗੇ ਅਤੇ ਇਸ ਨੂੰ ਇੱਕ ਕਾਗਜ਼ ਦੀ ਸ਼ੀਟ ਨਾਲ ਢੱਕ ਦਿਆਂਗੇ। ਕਾਰਡਬੋਰਡ ਦੇ ਕੇਂਦਰ ਵਿੱਚੋਂ ਛੇਕ ਕਰਕੇ ਇਸ ਦੇ ਤਲ ਤੇ ਲੰਬਾਤਮਕ ਮੋਟੀ ਤਾਂਬੇ ਦੀ ਤਾਰ ਨੂੰ ਲਗਾਓ। ਇਹ ਧਿਆਨ ਰੱਖੋ ਕਿ ਕਾਰਡਬੋਰਡ ਸਥਿਰ ਰਹੇ। ਤਾਂਬੇ ਦੀ ਤਾਰ ਦੇ ਦੋਨਾਂ ਸਿਰਿਆਂ ਨੂੰ ਖੜਵੇਂ ਰੁੱਖ ਲੜੀ ਵਿੱਚ ਬੈਟਰੀ ਨਾਲ ਜੋੜਕ ਤਾਰਾਂ ਦੀ ਮਦਦ ਨਾਲ ਜੋੜੋ। ਸਿੱਧੇ ਚਾਲਕ ਦੇ ਚਾਰੇ ਪਾਸੇ ਦਿਸ਼ਾ ਸੂਚਕ ਦੀ ਸਹਾਇਤਾ ਨਾਲ ਚੁੰਬਕੀ ਖੇਤਰ ਰੇਖਾਵਾਂ ਖਿੱਚੋ। ਤੁਸੀਂ ਵੇਖੋਗੇ ਕਿ ਤਾਂਬੇ ਦੀ ਤਾਰ ਦੇ ਚਾਰੇ ਪਾਸੇ ਚੁੰਬਕੀ ਖੇਤਰ ਰੇਖਾਵਾਂ ਸਮਕੇਂਦਰੀ ਚੱਕਰਾਂ ਦਾ ਪੈਟਰਨ ਬਣਾਉਂਦੀਆਂ ਹਨ। ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਕਲੌਕਵਾਈਜ਼ ਹੈ। ਹੁਣ ਅਸੀਂ ਇਸ ਕਿਰਿਆ ਨੂੰ ਬਿਜਲੀ ਤਾਰਾਂ ਦੀ ਦਿਸ਼ਾ ਵਿਪਰੀਤ ਕਰਕੇ ਦੁਹਰਾਉਂਦੇ ਹਾਂ। ਅਸੀਂ ਵੇਖਾਂਗੇ ਕਿ ਬਿਜਲੀ ਤਾਰਾਂ ਦੀ ਦਿਸ਼ਾ ਬਦਲਣ ਤੇ ਚੁੰਬਕੀ ਖੇਤਰ ਰੇਖਾਵਾਂ ਸਮਕੇਂਦਰੀ ਚੱਕਰਾਂ ਦਾ ਪੈਟਰਨ ਬਣਾਉਂਦੀਆਂ ਹਨ, ਪਰ ਹੁਣ ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਐਂਟੀ ਕਲੌਕਵਾਈਜ਼ ਹੈ। ਅਸੀਂ ਜੇਕਰ ਤਾਰ ਵਿੱਚ ਬਿਜਲੀ ਤਾਰਾਂ ਨੂੰ ਪਰਿਵਰਤਿਤ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਸੂਈ ਦੇ ਵਿਖੇਪਣ ਵਿੱਚ ਵੀ ਪਰਿਵਰਤਨ ਹੁੰਦਾ ਹੈ। ਵਾਸਤਵ ਵਿੱਚ ਜਦੋਂ ਬਿਜਲਈ ਤਾਰਾਂ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਤਾਂ ਵਿਖੇਪਣ ਵਿੱਚ ਵੀ ਵਾਧਾ ਹੁੰਦਾ ਹੈ। ਇਸ ਕਰਕੇ ਚੁੰਬਕੀ ਖੇਤਰ ਰੇਖਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜਿਵੇਂ-ਜਿਵੇਂ ਤਾਰ ਵਿੱਚ ਪ੍ਰਵਾਹਿਤ ਬਿਜਲੀ ਧਾਰਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਤਾਂ ਕਿਸੇ ਦਿੱਤੇ ਹੋਏ ਬਿੰਦੂ ਉੱਤੇ ਉਤਪੰਨ ਚੁੰਬਕੀ ਖੇਤਰ ਦੀ ਮਾਤਰਾ ਵਿੱਚ ਵੀ ਵਾਧਾ ਹੋ ਜਾਂਦਾ ਹੈ। ਰਾਈਟ ਹੈਂਡ ਥੰਬ ਰੂਲ। ਕਲਪਨਾ ਕਰੋ ਕਿ ਤੁਸੀਂ ਆਪਣੇ ਸੱਜੇ ਹੱਥ ਵਿੱਚ ਬਿਜਲੀ ਤਾਰਾ ਲੰਘਾ ਰਹੇ ਚਾਲਕ ਨੂੰ ਇਸ ਪ੍ਰਕਾਰ ਫੜਿਆ ਹੋਇਆ ਹੈ ਕਿ ਤੁਹਾਡਾ ਅੰਗੂਠਾ ਬਿਜਲੀ ਤਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦਾ ਹੈ, ਤਾਂ ਤੁਹਾਡੀਆਂ ਉਂਗਲੀਆਂ ਚਾਲਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਦੀਆਂ ਖੇਤਰੀ ਰੇਖਾਵਾਂ ਦੀ ਦਿਸ਼ਾ ਵਿੱਚ ਲਿਪਟੀਆਂ ਹੋਣਗੀਆਂ। ਧਿਆਨ ਨਾਲ ਵੇਖੋ, ਸੱਜੇ ਹੱਥ ਦੀਆਂ ਉਂਗਲੀਆਂ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਲਿਪਟੀਆਂ ਹੋਈਆਂ ਹਨ, ਜਦ ਕਿ ਅੰਗੂਠਾ ਬਿਜਲੀ ਤਾਰਾ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਐਂਟੀ ਕਲੌਕਵਾਈਜ਼ ਹੋਵੇਗੀ। ਬੱਚਿਓ, ਹੁਣ ਤੱਕ ਅਸੀਂ ਕਿਸੇ ਸਿੱਧੇ ਬਿਜਲੀ ਧਾਰਾ ਵਾਲੇ ਚਾਲਕ ਦੇ ਕਾਰਨ ਉਸ ਦੇ ਚਾਰੇ ਪਾਸੇ ਉਤਪੰਨ ਚੁੰਬਕੀ ਖੇਤਰ ਰੇਖਾਵਾਂ ਦਾ ਪੈਟਰਨ ਦੇਖਿਆ ਹੈ। ਮੰਨ ਲਓ ਕਿ ਇਸ ਤਾਰ ਨੂੰ ਮੋੜ ਕੇ ਇੱਕ ਗੋਲਾਕਾਰ ਲੂਪ ਬਣਾਇਆ ਜਾਵੇ, ਤਾਂ ਫਿਰ ਇਸ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਾਉਂਦੇ ਹਾਂ। ਇਸ ਦੁਆਰਾ ਉਤਪੰਨ ਚੁੰਬਕੀ ਖੇਤਰ ਰੇਖਾਵਾਂ ਕਿਸ ਤਰ੍ਹਾਂ ਦੀਆਂ ਦਿਸਣਗੀਆਂ, ਇਹ ਦੇਖਣ ਲਈ ਆਓ ਇੱਕ ਕਿਰਿਆ ਕਰੀਏ। ਇੱਕ ਆਇਤਾਕਾਰ ਕਾਰਡਬੋਰਡ ਲਓ ਅਤੇ ਉਸ ਉੱਪਰ ਕਾਗਜ਼ ਦੀ ਸਫੇਦ ਸ਼ੀਟ ਚਿਪਕਾ ਦਿਓ। ਕਾਰਡਬੋਰਡ ਉੱਤੇ 2 ਛੇਕ ਲਗਾਓ। ਉਸ ਨੂੰ A ਅਤੇ B ਨਾਮ ਦਿਓ। ਹੁਣ ਇੱਕ ਅਜਿਹੀ ਗੋਲਾਕਾਰ ਕੁੰਡਲੀ ਲਓ ਜਿਸ ਵਿੱਚ ਫੇਰਿਆਂ ਦੀ ਸੰਖਿਆ ਕਾਫੀ ਅਧਿਕ ਹੋਵੇ। ਉਸ ਨੂੰ ਕਾਰਡਬੋਰਡ ਦੇ ਤਲ ਤੇ ਲੰਬਾਤਮਕ ਲਗਾਓ। ਕੁੰਡਲੀ ਦੇ ਦੋਨਾਂ ਸਿਰਿਆਂ ਨੂੰ ਲੜੀ ਵਿੱਚ ਬੈਟਰੀ, ਇੱਕ ਕੁੰਜੀ ਅਤੇ ਰਿਓਸਟੈਟ ਨਾਲ ਜੋੜੋ। ਹੁਣ ਦਿਸ਼ਾ ਸੂਚਕ ਦੀ ਸਹਾਇਤਾ ਨਾਲ ਛੇਕ A ਦੇ ਦੁਆਲੇ ਚੁੰਬਕੀ ਖੇਤਰ ਰੇਖਾਵਾਂ ਡਰਾ ਕਰੋ। ਅਸੀਂ ਵੇਖਦੇ ਹਾਂ ਕਿ
ਛੇਕ A ਦੇ ਦੁਆਲੇ ਚੁੰਬਕੀ ਖੇਤਰ ਰੇਖਾਵਾਂ ਸਮਕੇਂਦਰੀ ਚੱਕਰਾਂ ਦੇ ਰੂਪ ਵਿੱਚ ਐਂਟੀ ਕਲੌਕਵਾਈਜ਼ ਪਥ ਵਿੱਚ ਗਤੀ ਕਰਦੀਆਂ ਹਨ ਅਤੇ ਇਹਨਾਂ ਸਮਕੇਂਦਰੀ ਚੱਕਰਾਂ ਦਾ ਆਕਾਰ ਤਾਰ ਤੋਂ ਦੂਰ ਜਾਣ ਨਾਲ ਨਿਰੰਤਰ ਵੱਡਾ ਹੁੰਦਾ ਜਾਂਦਾ ਹੈ। ਜਿਉਂ ਹੀ ਅਸੀਂ ਗੋਲਾਕਾਰ ਲੂਪ ਦੇ ਕੇਂਦਰ ਉੱਤੇ ਪਹੁੰਚਦੇ ਹਾਂ ਤਾਂ ਇਹਨਾਂ ਵੱਡੇ ਚੱਕਰਾਂ ਦੀਆਂ ਚਾਪਾਂ ਸਰਲ ਰੇਖਾਵਾਂ ਜਿਹੀਆਂ ਪ੍ਰਤੀਤ ਹੋਣ ਲੱਗਦੀਆਂ ਹਨ। ਬਿਜਲੀ ਧਾਰਾ ਵਾਲੀ ਤਾਰ ਦੇ ਹਰ ਇੱਕ ਬਿੰਦੂ ਤੋਂ ਉਤਪੰਨ ਬਿਜਲੀ ਖੇਤਰ ਚੁੰਬਕੀ ਖੇਤਰ ਰੇਖਾਵਾਂ ਲੂਪ ਦੇ ਕੇਂਦਰ ਤੇ ਸਰਲ ਰੇਖਾ ਜਿਹੀਆਂ ਪ੍ਰਤੀਤ ਹੋਣ ਲੱਗਦੀਆਂ ਹਨ। ਛੇਕ B ਦੇ ਆਲੇ ਦੁਆਲੇ ਚੁੰਬਕੀ ਖੇਤਰ ਰੇਖਾਵਾਂ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਗਤੀ ਕਰਦੀਆਂ ਹਨ। ਇਸ ਕਿਰਿਆ ਵਿੱਚ ਚੁੰਬਕੀ ਖੇਤਰ ਰੇਖਾਵਾਂ ਐਕਸਪੈਰੀਮੈਂਟ ਵਾਲੀ ਦਿਸ਼ਾ ਵਿੱਚ ਐਂਟਰ ਹੁੰਦੀਆਂ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕੁੰਡਲੀ ਦਾ ਉਹ ਸਿਰਾ ਜੋ ਐਕਸਪੈਰੀਮੈਂਟ ਵਾਲੀ ਦਿਸ਼ਾ ਵਿੱਚ ਹੈ ਉਹ ਦੱਖਣ ਧਰੁਵ ਦੀ ਤਰ੍ਹਾਂ ਐਕਟ ਕਰਦਾ ਹੈ। ਐਕਸਪੈਰੀਮੈਂਟ ਦੇ ਵਿਪਰੀਤ ਦਿਸ਼ਾ ਵਾਲਾ ਸਿਰਾ ਉੱਤਰੀ ਧਰੁਵ ਦੀ ਤਰ੍ਹਾਂ ਐਕਟ ਕਰਦਾ ਹੈ। ਹੁਣ ਇਸ ਪ੍ਰੇਖਣ ਨੂੰ ਕੁੰਡਲੀ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲੀ ਧਾਰਾ ਨਾਲ ਸੰਬੰਧਿਤ ਕਰਦੇ ਹਾਂ। ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਕੁੰਡਲੀ ਐਕਸਪੈਰੀਮੈਂਟ ਵਾਲੀ ਦਿਸ਼ਾ ਵਿੱਚ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੋ ਰਹੀ ਹੈ ਤਾਂ ਕੁੰਡਲੀ ਦਾ ਉਹ ਸਿਰਾ ਦੱਖਣੀ ਧਰੁਵ ਦੀ ਤਰ੍ਹਾਂ ਕੰਮ ਕਰੇਗਾ। ਜੇਕਰ ਕੁੰਡਲੀ ਵਿੱਚ ਐਕਸਪੈਰੀਮੈਂਟ ਵਾਲੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੋ ਰਹੀ ਹੈ ਤਾਂ ਕੁੰਡਲੀ ਦਾ ਉਹ ਸਿਰਾ ਨਾਰਥ ਪੋਲ ਉੱਤਰੀ ਧਰੁਵ ਦੀ ਤਰ੍ਹਾਂ ਕੰਮ ਕਰੇਗਾ। ਆਓ ਬੱਚਿਓ, ਅਸੀਂ ਸਮਝਦੇ ਹਾਂ ਕਿ ਸੋਲੇਨੋਇਡ ਕੀ ਹੈ। ਸੋਲੇਨੋਇਡ ਕਿਸੇ ਬੇਲਣ ਜਾਂ ਪਾਈਪ ਦੇ ਦੁਆਲੇ ਅਨੇਕ ਫੇਰਿਆਂ ਵਾਲੀ ਨੇੜੇ ਲਿਪਟੀ ਰੋਧਿਤ ਤਾਂਬੇ ਦੀ ਤਾਰ ਵਾਲੀ ਕੁੰਡਲੀ ਹੁੰਦੀ ਹੈ। ਇਸ ਕੁੰਡਲੀ ਦੀ ਲੰਬਾਈ ਉਸ ਦੇ ਵਿਆਸ ਨਾਲੋਂ ਜ਼ਿਆਦਾ ਹੁੰਦੀ ਹੈ। ਜਦੋਂ ਬਿਜਲੀ ਧਾਰਾ ਇਸ ਕੁੰਡਲੀ ਵਿੱਚੋਂ ਲੰਘਾਈ ਜਾਂਦੀ ਹੈ ਤਾਂ ਇਹ ਇੱਕ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਇਸ ਤਰ੍ਹਾਂ ਦੀ ਕੁੰਡਲੀ ਨੂੰ ਸੋਲੇਨੋਇਡ ਕਿਹਾ ਜਾਂਦਾ ਹੈ। ਸੋਲੇਨੋਇਡ ਦੇ ਚਿੱਤਰ ਵੱਲ ਵੇਖੋ। ਜਦੋਂ ਕੁੰਡਲੀ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਇਸ ਕੁੰਡਲੀ ਦਾ ਹਰ ਫੇਰਾ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦਾ ਹੈ। ਚਿੱਤਰ ਵਿੱਚ ਵੇਖੋ, ਕੁੰਡਲੀ ਵਿੱਚ ਬਿਜਲੀ ਧਾਰਾ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਪ੍ਰਵਾਹਿਤ ਹੋ ਰਹੀ ਹੈ। ਇਸ ਲਈ ਕੁੰਡਲੀ ਦੇ ਹਰ ਫੇਰੇ ਦਾ ਖੱਬਾ ਸਿਰਾ ਸਾਊਥ ਪੋਲ ਦੀ ਤਰ੍ਹਾਂ ਕੰਮ ਕਰਦਾ ਹੈ, ਜਦੋਂ ਕਿ ਸੱਜਾ ਸਿਰਾ ਨਾਰਥ ਪੋਲ ਦੀ ਤਰ੍ਹਾਂ ਕੰਮ ਕਰਦਾ ਹੈ। ਦੂਸਰੇ ਚਿੱਤਰ ਵਿੱਚ ਵੇਖੋ, ਬਿਜਲੀ ਧਾਰਾ ਕੁੰਡਲੀ ਵਿੱਚ ਐਂਟੀ ਕਲੌਕਵਾਈਜ਼ ਦਿਸ਼ਾ ਵਿੱਚ ਪ੍ਰਵਾਹਿਤ ਹੋ ਰਹੀ ਹੈ। ਇਸ ਲਈ ਕੁੰਡਲੀ ਦੇ ਹਰ ਫੇਰੇ ਦਾ ਖੱਬਾ ਸਿਰਾ ਨਾਰਥ ਪੋਲ ਅਤੇ ਸੱਜਾ ਸਿਰਾ ਸਾਊਥ ਪੋਲ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਥਿਤੀ ਇਸ ਤਰ੍ਹਾਂ ਦੀ ਬਣੇਗੀ ਜਿਵੇਂ ਬਹੁਤ ਸਾਰੇ ਛੋਟੇ-ਛੋਟੇ ਛੜ ਚੁੰਬਕ ਇੱਕ ਦੂਜੇ ਨਾਲ ਇੱਕ ਦੂਸਰੇ ਦੇ ਸਿਰੇ ਦੇ ਵਿਪਰੀਤ ਪਏ ਹੋਣ। ਇਹ ਸਾਰੇ ਇਕੱਠੇ ਹੋ ਕੇ ਇੱਕ ਛੜ ਚੁੰਬਕ ਦੀ ਸੰਰਚਨਾ ਕਰਦੇ ਹਨ। ਇਸ ਲਈ ਸੋਲੀਨੋਇਡ ਇੱਕ ਛੜ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦਾ ਹੈ। ਅਸੀਂ ਸਮਝ ਗਏ ਹਾਂ ਕਿ ਜੇਕਰ ਕਿਸੇ ਕੁੰਡਲੀ ਵਿੱਚ ਕੁੰਡਲ ਵਧਾ ਦਿੱਤੇ ਜਾਣ ਤਾਂ ਚੁੰਬਕੀ ਪ੍ਰਭਾਵ ਵੀ ਵੱਧ ਜਾਏਗਾ। ਸੋਲੀਨੋਇਡ ਦੇ ਆਸੇ-ਪਾਸੇ ਉਤਪੰਨ ਹੋਇਆ ਚੁੰਬਕੀ ਖੇਤਰ ਛੜ ਚੁੰਬਕ ਦੁਆਰਾ ਉਤਪੰਨ ਚੁੰਬਕੀ ਖੇਤਰ ਦੇ ਬਰਾਬਰ ਹੁੰਦਾ ਹੈ। ਕਿਸੇ ਚਾਲਕ ਵਿੱਚ ਪ੍ਰਵਾਹਿਤ ਬਿਜਲੀ ਧਾਰਾ ਚੁੰਬਕੀ ਖੇਤਰ ਪੈਦਾ ਕਰਦੀ ਹੈ। ਇਸ ਪ੍ਰਕਾਰ ਪੈਦਾ ਚੁੰਬਕੀ ਖੇਤਰ ਇਸ ਚਾਲਕ ਦੇ ਨੇੜੇ ਰੱਖੇ ਕਿਸੇ ਚੁੰਬਕ ਉੱਤੇ ਬਲ ਲਗਾਉਂਦਾ ਹੈ। ਫਰਾਂਸੀਸੀ ਵਿਗਿਆਨਕ ਆਂਦਰੇ ਮੈਰੀ ਐਂਪੀਅਰ ਨੇ ਇਹ ਵਿਚਾਰ ਪ੍ਰਗਟ ਕੀਤੇ ਕਿ ਚੁੰਬਕ ਨੂੰ ਵੀ ਬਿਜਲੀ ਪ੍ਰਵਾਹਿਤ ਚਾਲਕ ਉੱਤੇ ਮਾਤਰਾ ਵਿੱਚ ਬਰਾਬਰ ਪਰੰਤੂ ਦਿਸ਼ਾ ਵਿੱਚ ਵਿਪਰੀਤ ਬਲ ਲਗਾਉਣਾ ਚਾਹੀਦਾ ਹੈ। ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ
ਚੁੰਬਕੀ ਖੇਤਰ ਦੇ ਕਾਰਨ ਲੱਗਣ ਵਾਲੇ ਬਲ ਨੂੰ ਪ੍ਰਦਰਸ਼ਿਤ ਕਰੀਏ। ਐਲੂਮੀਨੀਅਮ ਦੀ ਇੱਕ ਛੋਟੀ ਛੜ ਲਓ। ਇਸ ਛੜ ਨੂੰ ਦੋ ਜੋੜਕਦਾਰਾਂ ਦੁਆਰਾ ਕਿਸੇ ਸਟੈਂਡ ਵਿੱਚ ਖਿਤਿਜਕ ਲਟਕਾਓ। ਇੱਕ ਪਰਬਲ ਨਾਲ ਚੁੰਬਕ ਨੂੰ ਇਸ ਪ੍ਰਕਾਰ ਰੱਖੋ ਕਿ ਛੜ ਨਾਲ ਚੁੰਬਕ ਦੇ ਦੋ ਧਰੋਵਾਂ ਵਿੱਚ ਹੋਵੇ ਅਤੇ ਚੁੰਬਕੀ ਖੇਤਰ ਦੀ ਦਿਸ਼ਾ ਉੱਪਰ ਨੂੰ ਹੋਵੇ। ਅਜਿਹਾ ਕਰਨ ਲਈ ਨਾਲ ਚੁੰਬਕ ਦਾ ਉੱਤਰੀ ਧਰੁਵ ਐਲੂਮੀਨੀਅਮ ਦੀ ਛੜ ਤੋਂ ਖੜੇ ਰੁੱਖ ਹੇਠਾਂ ਅਤੇ ਦੱਖਣੀ ਧਰੁਵ ਖੜੇ ਰੁੱਖ ਉੱਪਰ ਹੋਵੇ। ਐਲੂਮੀਨੀਅਮ ਛੜ ਨੂੰ ਇੱਕ ਬੈਟਰੀ, ਇੱਕ ਕੁੰਜੀ ਅਤੇ ਇੱਕ ਰਿਓਸਟੈਟ ਨਾਲ ਲੜੀ ਵਿੱਚ ਜੋੜੋ। ਐਲੂਮੀਨੀਅਮ ਛੜ ਵਿੱਚ ਸਿਰੇ B ਤੋਂ A ਵੱਲ ਬਿਜਲਈ ਧਾਰਾ ਪ੍ਰਵਾਹਿਤ ਕਰੋ। ਅਸੀਂ ਵੇਖਦੇ ਹਾਂ ਕਿ ਬਿਜਲਈ ਧਾਰਾ ਪ੍ਰਵਾਹਿਤ ਹੁੰਦੇ ਹੀ ਛੜ ਖੱਬੇ ਪਾਸੇ ਦਿਸ਼ਾ ਵੱਲ ਵਿਸਥਾਪਿਤ ਹੁੰਦੀ ਹੈ। ਹੁਣ ਛੜ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਦੀ ਦਿਸ਼ਾ ਉਲਟ ਕਰ ਦਿਓ ਅਤੇ ਛੜ ਦੇ ਵਿਸਥਾਪਨ ਹੋਣ ਦੀ ਦਿਸ਼ਾ ਨੋਟ ਕਰੋ। ਇਹ ਸੱਜੇ ਪਾਸੇ ਵੱਲ ਵਿਸਥਾਪਿਤ ਹੁੰਦੀ ਹੈ। ਇਸ ਨਾਲ ਇਹ ਪ੍ਰਦਰਸ਼ਿਤ ਹੁੰਦਾ ਹੈ ਕਿ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਬਿਜਲੀ ਧਾਰਾ ਦੀ ਦਿਸ਼ਾ ਅਤੇ ਚੁੰਬਕੀ ਖੇਤਰ ਦੀ ਦਿਸ਼ਾ ਦੋਵਾਂ ਉੱਤੇ ਨਿਰਭਰ ਕਰਦੀ ਹੈ। ਛੜ ਵਿੱਚ ਵਿਸਥਾਪਨ ਉਸ ਸਮੇਂ ਅਧਿਕਤਮ ਹੁੰਦਾ ਹੈ ਜਦੋਂ ਬਿਜਲਈ ਧਾਰਾ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬਾਤਮਕ ਹੁੰਦੀ ਹੈ। ਇਹਨਾਂ ਤਿੰਨਾਂ ਦਿਸ਼ਾ ਦੀ ਵਿਆਖਿਆ ਇੱਕ ਸਰਲ ਨਿਯਮ, ਜਿਸ ਨੂੰ ਫਲੈਮਿੰਗ ਦਾ ਖੱਬਾ ਹੱਥ ਨਿਯਮ ਕਹਿੰਦੇ ਹਨ, ਦੁਆਰਾ ਕੀਤੀ ਜਾ ਸਕਦੀ ਹੈ। ਇਸ ਨਿਯਮ ਦੇ ਅਨੁਸਾਰ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਅੰਗੂਠੇ ਅਤੇ ਵਿਚਕਾਰਲੀ ਉਂਗਲੀ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਲੰਬ ਰੂਪ ਵਿੱਚ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਹੈ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਬਿਜਲੀ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ। ਬਿਜਲੀ ਜਨਰੇਟਰ ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ। ਪ੍ਰਿੰਸੀਪਲ: ਬਿਜਲੀ ਜਨਰੇਟਰ ਬਿਜਲ ਚੁੰਬਕੀ ਪ੍ਰੇਰਣ ਦੇ ਸਿਧਾਂਤ ਤੇ ਕੰਮ ਕਰਦਾ ਹੈ। ਬਿਜਲ ਚੁੰਬਕੀ ਪ੍ਰੇਰਣ ਦੇ ਸਿਧਾਂਤ ਅਨੁਸਾਰ ਕਿਸੇ ਚਾਲਕ ਦੀ ਕੁੰਡਲੀ ਜੋ ਕਿਸੇ ਅਜਿਹੇ ਖੇਤਰ ਵਿੱਚ ਸਥਿਤ ਹੈ ਜਿੱਥੇ ਚੁੰਬਕੀ ਖੇਤਰ ਪਰਿਵਰਤਨ ਹੁੰਦਾ ਹੈ, ਤਾਂ ਉਸ ਵਿੱਚ ਇੱਕ ਪ੍ਰੇਰਿਤ ਬਿਜਲਈ ਧਾਰਾ ਪੈਦਾ ਹੁੰਦੀ ਹੈ। ਚੁੰਬਕੀ ਖੇਤਰ ਵਿੱਚ ਪਰਿਵਰਤਨ ਕਿਸੇ ਚੁੰਬਕ ਅਤੇ ਉਸ ਦੇ ਨੇੜੇ ਸਥਿਤ ਕਿਸੇ ਕੁੰਡਲੀ ਦੇ ਵਿੱਚ ਸਾਪੇਖ ਗਤੀ ਦੇ ਕਾਰਨ ਹੋ ਸਕਦਾ ਹੈ। ਆਓ ਹੁਣ ਬਿਜਲੀ ਜਨਰੇਟਰ ਬਾਰੇ ਜਾਣੀਏ। ਬਿਜਲੀ ਜਨਰੇਟਰ ਵਿੱਚ ਇੱਕ ਘੁੰਮਣਸ਼ੀਲ ਆਇਤਾਕਾਰ ਕੁੰਡਲੀ ABCD ਹੁੰਦੀ ਹੈ, ਜਿਸ ਨੂੰ ਕਿਸੇ ਸਥਾਈ ਚੁੰਬਕ ਦੇ ਦੋ ਧਰੁਵਾਂ ਵਿੱਚ ਰੱਖਿਆ ਜਾਂਦਾ ਹੈ। ਇਸ ਕੁੰਡਲੀ ਦੇ ਦੋ ਸਿਰੇ ਦੋ ਛੱਲਿਆਂ R1 ਅਤੇ R2 ਨਾਲ ਜੁੜੇ ਹੁੰਦੇ ਹਨ। ਰਿੰਗਾਂ ਦੀ ਅੰਦਰਲੀ ਸਤ੍ਹਾ ਰੋਧਿਤ ਬਣਾਈ ਜਾਂਦੀ ਹੈ। ਦੋ ਸਥਿਰ ਚਾਲਕ ਬੁਰਸ਼ਾਂ B1 ਅਤੇ B2 ਨੂੰ ਵੱਖ-ਵੱਖ ਰੂਪ ਵਿੱਚ ਕ੍ਰਮਵਾਰ ਛੱਲੇ R1 ਅਤੇ R2 ਉੱਤੇ ਦਬਾ ਕੇ ਰੱਖਿਆ ਜਾਂਦਾ ਹੈ। ਦੋਵੇਂ ਛੱਲੇ R1 ਅਤੇ R2 ਅੰਦਰ ਤੋਂ ਧੁਰੀ ਨਾਲ ਜੁੜੇ ਹੁੰਦੇ ਹਨ। ਚੁੰਬਕੀ ਖੇਤਰ ਦੇ ਅੰਦਰ ਸਥਿਤ ਕੁੰਡਲੀ ਨੂੰ ਘੁੰਮਣ ਗਤੀ ਦੇਣ ਲਈ ਇਸ ਦੀ ਧੁਰੀ ਨੂੰ ਯੰਤਰਿਕ ਰੂਪ ਵਿੱਚ ਬਾਹਰੋਂ ਘੁਮਾਇਆ ਜਾ ਸਕਦਾ ਹੈ। ਦੋਵੇਂ ਬ੍ਰਸ਼ਾਂ ਦੇ ਬਾਹਰੀ ਸਿਰੇ ਬਾਹਰੀ ਸਰਕਟ ਵਿੱਚ ਬਿਜਲੀ ਧਾਰਾ ਦੇ ਪ੍ਰਵਾਹ ਨੂੰ ਦਰਸਾਉਣ ਲਈ ਗਲਵੈਨੋਮੀਟਰ ਨਾਲ ਜੋੜੇ ਹੁੰਦੇ ਹਨ। ਜਦੋਂ ਦੋ ਛੱਲਿਆਂ ਨਾਲ ਜੁੜੀ ਧੁਰੀ ਨੂੰ ਇਸ ਪ੍ਰਕਾਰ ਘੁਮਾਇਆ ਜਾਂਦਾ ਹੈ ਕਿ ਕੁੰਡਲੀ ਦੀ ਭੁਜਾ AB ਉੱਪਰ ਵੱਲ ਸਥਾਈ ਚੁੰਬਕ ਦੁਆਰਾ ਉਤਪੰਨ ਖੇਤਰ ਵਿੱਚ ਗਤੀ ਕਰਦੀ ਹੈ,
ਤਾਂ ਕੁੰਡਲੀ ਚੁੰਬਕੀ ਖੇਤਰ ਰੇਖਾਵਾਂ ਨੂੰ ਕੱਟਦੀ ਹੈ। ਮੰਨ ਲਓ ਕੁੰਡਲੀ ABCD ਨੂੰ ਸੱਜੇ ਗੇੜ ਯਾਨੀ ਕਿ ਕਲੌਕਵਾਈਜ਼ ਘੁਮਾਇਆ ਜਾਂਦਾ ਹੈ। ਫਲੈਮਿੰਗ ਦਾ ਰਾਈਟ ਹੈਂਡ ਰੂਲ ਅਪਲਾਈ ਕਰਨ ਤੇ ਇਹਨਾਂ ਭੁਜਾਵਾਂ ਵਿੱਚ AB ਅਤੇ CD ਦਿਸ਼ਾਵਾਂ ਦੇ ਨਾਲ ਪ੍ਰੇਰਿਤ ਬਿਜਲਈ ਧਾਰਾਵਾਂ ਪ੍ਰਵਾਹਿਤ ਹੋਣ ਲੱਗਦੀਆਂ ਹਨ। ਇਸ ਪ੍ਰਕਾਰ ਕੁੰਡਲੀ ਵਿੱਚ ABCD ਦਿਸ਼ਾ ਵਿੱਚ ਪ੍ਰੇਰਿਤ ਬਿਜਲੀ ਧਾਰਾਵਾਂ ਪ੍ਰਵਾਹਿਤ ਹੁੰਦੀਆਂ ਹਨ। ਜੇਕਰ ਕੁੰਡਲੀ ਵਿੱਚ ਫੇਰਿਆਂ ਦੀ ਗਿਣਤੀ ਬਹੁਤ ਵੱਧ ਹੈ ਤਾਂ ਹਰ ਇੱਕ ਫੇਰੇ ਵਿੱਚ ਉਤਪੰਨ ਬਿਜਲੀ ਧਾਰਾ ਇਕੱਠੀ ਹੋ ਕੇ ਕੁੰਡਲੀ ਵਿੱਚ ਇੱਕ ਸ਼ਕਤੀਸ਼ਾਲੀ ਬਿਜਲਈ ਧਾਰਾ ਦਾ ਨਿਰਮਾਣ ਕਰਦੀ ਹੈ। ਇਸ ਦਾ ਸਿੱਟਾ ਹੈ ਕਿ ਬਾਹਰ ਸਰਕਟ ਵਿੱਚ B2 ਤੋਂ B1 ਦਿਸ਼ਾ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ। ਅੱਧਾ ਚੱਕਰ ਘੁੰਮਣ ਮਗਰੋਂ ਭੁਜਾ CD ਉੱਪਰ ਵੱਲ ਅਤੇ ਭੁਜਾ AB ਹੇਠਾਂ ਵੱਲ ਜਾਣ ਲੱਗਦੀ ਹੈ। ਇਸ ਦੇ ਨਤੀਜੇ ਵਜੋਂ ਇਹਨਾਂ ਦੋਵੇਂ ਭੁਜਾਵਾਂ ਵਿੱਚ ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਬਦਲ ਜਾਂਦੀ ਹੈ ਅਤੇ DCBA ਦਿਸ਼ਾ ਵਿੱਚ ਪ੍ਰਵਾਹਿਤ ਹੁੰਦੀ ਹੈ। ਇਸ ਪ੍ਰਕਾਰ ਬਾਹਰੀ ਸਰਕਟ ਵਿੱਚ B1 ਤੋਂ B2 ਦੀ ਦਿਸ਼ਾ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ। ਇਸ ਲਈ ਇਸ ਪ੍ਰਕਾਰ ਹਰ ਅੱਧੇ ਘੁੰਮਣ ਦੇ ਮਗਰੋਂ ਇਹਨਾਂ ਵਿੱਚ ਬਿਜਲਈ ਧਾਰਾ ਦੀ ਧਰੁਵਤਾ ਪਰਿਵਰਤਿਤ ਹੁੰਦੀ ਰਹਿੰਦੀ ਹੈ। ਅਜਿਹੀ ਬਿਜਲਈ ਧਾਰਾ ਜੋ ਸਮਾਨ ਕਾਲ ਅੰਤਰ ਦੇ ਪਿੱਛੋਂ ਆਪਣੀ ਦਿਸ਼ਾ ਵਿੱਚ ਪਰਿਵਰਤਨ ਕਰ ਲੈਂਦੀ ਹੈ, ਉਸ ਨੂੰ ਪਰਤਵੀਂ ਬਿਜਲੀ ਧਾਰਾ ਕਹਿੰਦੇ ਹਨ। ਬਿਜਲਈ ਧਾਰਾ ਕਰਨ ਵਾਲੇ ਇਸ ਯੰਤਰ ਨੂੰ ਪਰਤਵੀਂ ਬਿਜਲਈ ਧਾਰਾ ਜਨਰੇਟਰ ਆਖਦੇ ਹਨ। ਸਿੱਧੀ ਧਾਰਾ ਅਰਥਾਤ DC, ਜਿਸ ਵਿੱਚ ਸਮੇਂ ਦੇ ਨਾਲ ਦਿਸ਼ਾ ਵਿੱਚ ਪਰਿਵਰਤਨ ਨਹੀਂ ਹੁੰਦਾ, ਉਸ ਨੂੰ ਪ੍ਰਾਪਤ ਕਰਨ ਲਈ ਸਪਲਿਟ ਰਿੰਗ ਟਾਈਪ ਦਿਸ਼ਾ ਪਰਿਵਰਤਕ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਬ੍ਰਸ਼ ਸਦਾ ਹੀ ਉਸ ਭੁਜਾ ਦੇ ਨਾਲ ਸੰਪਰਕ ਵਿੱਚ ਰਹਿੰਦਾ ਹੈ ਜੋ ਚੁੰਬਕੀ ਖੇਤਰ ਵਿੱਚ ਉੱਪਰ ਵੱਲ ਗਤੀ ਕਰਦੀ ਹੈ, ਜਦੋਂ ਕਿ ਦੂਸਰਾ ਬ੍ਰਸ਼ ਸਦਾ ਹੇਠਾਂ ਵੱਲ ਗਤੀ ਕਰਨ ਵਾਲੀ ਭੁਜਾ ਦੇ ਸੰਪਰਕ ਵਿੱਚ ਰਹਿੰਦਾ ਹੈ। ਅਸੀਂ ਸਪਲਿਟ ਰਿੰਗ ਟਾਈਪ ਦਿਸ਼ਾ ਪਰਿਵਰਤਕ ਦੀ ਕਾਰਜ ਪ੍ਰਣਾਲੀ ਬਿਜਲਈ ਮੋਟਰ ਵਿੱਚ ਦੇਖ ਚੁੱਕੇ ਹਾਂ। ਇਸ ਪ੍ਰਕਾਰ ਇਸ ਪ੍ਰਬੰਧ ਨਾਲ ਇੱਕ ਦਿਸ਼ਾਵੀ ਬਿਜਲੀ ਧਾਰਾ ਉਤਪੰਨ ਹੁੰਦੀ ਹੈ, ਜਿਸ ਨੂੰ ਸਿੱਧੀ ਧਾਰਾ ਜਨਰੇਟਰ ਕਹਿੰਦੇ ਹਨ। ਅਸੀਂ ਆਪਣੇ ਘਰਾਂ ਵਿੱਚ ਬਿਜਲੀ ਸ਼ਕਤੀ ਦੀ ਪੂਰਤੀ ਮੁੱਖ ਤਾਰਾਂ ਤੋਂ ਪ੍ਰਾਪਤ ਕਰਦੇ ਹਾਂ। ਇਹ ਮੁੱਖ ਤਾਰ ਜਾਂ ਤਾਂ ਧਰਤੀ ਉੱਤੇ ਲੱਗੇ ਬਿਜਲਈ ਖੰਭਿਆਂ ਦੇ ਸਹਾਰੇ ਜਾਂ ਭੂਮੀਗਤ ਕੇਬਲਾਂ ਤੋਂ ਸਾਡੇ ਘਰਾਂ ਤੱਕ ਆਉਂਦੀ ਹੈ। ਇਸ ਪੂਰਤੀ ਦੀਆਂ ਤਾਰਾਂ ਵਿੱਚੋਂ ਇੱਕ ਤਾਰ, ਜਿਸ ਉੱਤੇ ਆਮ ਕਰਕੇ ਲਾਲ ਰੋਧਿਤ ਕਵਰ ਹੁੰਦਾ ਹੈ, ਉਸ ਨੂੰ ਲਾਈਵ ਤਾਰ ਜਾਂ ਧਨ ਤਾਰ ਕਹਿੰਦੇ ਹਨ। ਇੱਕ ਹੋਰ ਤਾਰ ਨੂੰ, ਜਿਸ ਉੱਤੇ ਕਾਲਾ ਬਿਜਲ ਰੋਧੀ ਕਵਰ ਹੁੰਦਾ ਹੈ, ਉਦਾਸੀਨ ਤਾਰ ਜਾਂ ਰਿਣ ਤਾਰ ਆਖਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਇਹਨਾਂ ਦੋਵੇਂ ਤਾਰਾਂ ਵਿਚਕਾਰ 220 ਵੋਲਟ ਦਾ ਪੋਟੈਂਸ਼ੀਅਲ ਅੰਤਰ ਹੁੰਦਾ ਹੈ। ਘਰ ਵਿੱਚ ਲੱਗੇ ਮੀਟਰ ਬੋਰਡ ਵਿੱਚ ਇਹ ਤਾਰਾਂ ਮੁੱਖ ਫਿਊਜ਼ ਵਿੱਚੋਂ ਹੁੰਦੀਆਂ ਹੋਈਆਂ ਬਿਜਲੀ ਮੀਟਰ ਵਿੱਚ ਪ੍ਰਵੇਸ਼ ਕਰਦੀਆਂ ਹਨ। ਇਹਨਾਂ ਨੂੰ ਮੁੱਖ ਸਵਿੱਚ ਤੋਂ ਹੁੰਦੇ ਹੋਏ ਘਰ ਦੀਆਂ ਤਾਰਾਂ ਵਿੱਚ ਸੰਯੋਜਿਤ ਕੀਤਾ ਜਾਂਦਾ ਹੈ। ਇਹ ਤਾਰਾਂ ਘਰ ਦੇ ਵੱਖ-ਵੱਖ ਸਰਕਟਾਂ ਵਿੱਚ ਬਿਜਲੀ ਦੀ ਪੂਰਤੀ ਕਰਦੀਆਂ ਹਨ। ਆਮ ਕਰਕੇ ਘਰਾਂ ਵਿੱਚ ਦੋ ਵੱਖ-ਵੱਖ ਸਰਕਟ ਹੁੰਦੇ ਹਨ। ਇੱਕ 15 ਐਂਪੀਅਰ ਬਿਜਲੀ ਧਾਰਾ ਅੰਕਿਤ ਸਰਕਟ, ਜਿਸ ਦਾ ਉਪਯੋਗ ਉੱਚ ਸ਼ਕਤੀ ਵਾਲੇ ਬਿਜਲਈ ਯੰਤਰਾਂ ਜਿਵੇਂ ਕਿ ਗੀਜ਼ਰ, ਏਅਰ ਕੰਡੀਸ਼ਨਰ ਆਦਿ ਲਈ ਕੀਤਾ ਜਾਂਦਾ ਹੈ। ਦੂਜਾ ਬਿਜਲੀ ਸਰਕਟ 5 ਐਂਪੀਅਰ ਬਿਜਲੀ ਧਾਰਾ ਅੰਕਿਤ ਕਰਦਾ ਹੈ, ਜਿਸ ਨੂੰ ਪੱਖੇ, ਬੱਲਬ ਆਦਿ ਲਈ ਵਰਤਿਆ ਜਾਂਦਾ ਹੈ। ਭੌਂ ਤਾਰ ਯਾਨੀ ਕਿ ਅਰਥ ਵਾਇਰ, ਜਿਸ ਉੱਤੇ ਹਰੇ ਰੰਗ ਦਾ ਰੋਧਿਤ ਕਵਰ ਹੁੰਦਾ ਹੈ, ਘਰ ਦੇ ਨੇੜੇ ਭੂਮੀ ਦੇ ਅੰਦਰ ਕਾਫੀ ਡੂੰਘਾਈ ਤੇ ਸਥਿਤ ਧਾਤ ਦੀ ਪਲੇਟ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਤਾਰ ਦਾ ਉਪਯੋਗ ਖਾਸ ਕਰਕੇ ਬਿਜਲੀ ਪ੍ਰੈਸ, ਟੋਸਟਰ,
ਮੇਜ਼ ਪੱਖਾ, ਰੈਫਰੀਜਰੇਟਰ ਆਦਿ ਧਾਤ ਦੇ ਭਾਗ ਰੱਖਣ ਵਾਲੇ ਉਪਕਰਨਾਂ ਵਿੱਚ ਸੁਰੱਖਿਆ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਬੱਚਿਓ, ਜਦੋਂ ਉੱਚ ਸ਼ਕਤੀ ਵਾਲੇ ਬਿਜਲਈ ਉਪਕਰਣ ਜਿਵੇਂ ਕਿ ਰੈਫਰੀਜਰੇਟਰ ਜਾਂ 에ਅਰ ਕੰਡੀਸ਼ਨਰ ਨੂੰ ਇਕੱਠਾ ਸਵਿਚ ਔਨ ਕੀਤਾ ਜਾਂਦਾ ਹੈ ਤਾਂ ਮੁੱਖ ਤਾਰ ਵਿੱਚੋਂ ਦੋ ਬਿਜਲਈ ਤਾਰਾਂ ਦਾ ਵਹਿਣ ਸ਼ੁਰੂ ਹੋ ਜਾਂਦਾ ਹੈ। ਲਾਈਵ ਤਾਰ ਅਤੇ ਉਦਾਸੀਨ ਤਾਰ ਦੋਵੇਂ ਸਿੱਧੀਆਂ ਸੰਪਰਕ ਵਿੱਚ ਆ ਜਾਂਦੀਆਂ ਹਨ, ਜਿਸ ਨਾਲ ਤਾਰਾਂ ਦਾ ਬਿਜਲ ਰੋਧਨ ਟੁੱਟ ਜਾਂਦਾ ਹੈ ਅਤੇ ਉਪਕਰਣ ਵਿੱਚ ਕੋਈ ਨੁਕਸ ਵੀ ਆ ਸਕਦਾ ਹੈ, ਭਾਵ ਅੱਗ ਵੀ ਲੱਗ ਸਕਦੀ ਹੈ। ਅਜਿਹੀ ਸਥਿਤੀ ਨੂੰ ਓਵਰਲੋਡਿੰਗ ਆਖਦੇ ਹਨ।